ਨਸ਼ੇ ਨੂੰ ਲੈ ਕੇ ਜਿਹੜਾ ਇਹ ਕਿਹਾ ਜਾਂਦਾ ਹੈ ਸਰਕਾਰ ਜੇ ਸੱਤਾ ਵਿੱਚ ਆਈ ਸੀਗੀ ਉਸ ਤੋਂ ਪਹਿਲਾਂ ਵੀ ਕਿਹਾ ਗਿਆ ਸੀ ਕਿ ਕੰਟਰੋਲ ਕੀਤਾ ਜਾਏਗਾ। ਦੇਖੋ ਨਸ਼ੇ ਨੇ ਜਿਹੜਾ ਉਹ ਪੰਜਾਬ ਦੇ ਲਈ ਇੱਕ ਬੜਾ ਅਹਿਮ ਮੁੱਦਾ ਹੈਗਾ। ਤਕਰੀਬਨ 16 ਮਹੀਨੇ ਸਾਡੀ ਸਰਕਾਰ ਬਣੀ ਨੂੰ ਹੋ ਗਏ। ਮਾਨ ਸਾਹਿਬ ਦੀ ਸਰਕਾਰ ਬੜੀ ਸਖਤ ਹੈ ਨਸ਼ਿਆਂ ਦੇ ਉੱਤੇ ਕਿ ਨਸ਼ੇ ਦੇ ਨਾਲ ਜੇ ਸਾਡੀ ਜਵਾਨੀ ਖਰਾਬ ਹੋ ਗਈ, ਠੀਕ ਹੈ ਨਾ, ਜਿਹੜੀ ਕਿ ਕਾਫੀ ਹੱਦ ਤੱਕ ਪਿਛਲੇ 10 ਸਾਲਾਂ ਦੇ ਵਿੱਚ ਅਫੈਕਟਡ ਹੋਈ ਹੈ, ਤਾਂ ਪੰਜਾਬ ਨਹੀਂ ਉਹ ਬਚਣਾ। ਉਸ ਦੇ ਵਿੱਚ ਵੀ ਮਾਨ ਸਾਹਿਬ ਨੇ ਬੜੇ ਜ਼ੋਰ ਸ਼ੋਰ ਨਾਲ ਇਸ ਮੁੱਦੇ ਨੂੰ ਉਠਾਇਆ ਹੈਗਾ। ਸੋ ਅਸੀਂ ਸਮਝਦੇ ਹੈਗੇ ਕਿ ਜੇਕਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਮਿਲ ਕੇ ਇਸ ਮੁੱਦੇ ਦੇ ਉੱਤੇ ਕੰਮ ਕਰਦੇ ਹੈ ਤਾਂ ਉਹਦੇ ਬੜੇ ਸਾਰਥਕ ਨਤੀਜੇ ਨਿਕਲ ਸਕਦੇ। ਤੇ ਕਿਸ ਤਰੀਕੇ ਦੇ ਨਾਲ ਹੈਲਪ ਮਿਲੇਗੀ ਜਿਹੜੀ ਹੋਰ ਏਜੰਸੀਆਂ ਨੇ ਜਿਹੜੀ ਇਸ ਵਿੱਚ ਲੱਗੀ ਹੈ, ਚਾਹੇ ਉਹ ਪੰਜਾਬ ਪੁਲਿਸ ਹੋਵੇ, BSF ਹੋਵੇ ਜਾਂ ਜਿਹੜੀ ਵੀ ਇੰਟਰ ਰਿਲੇਟਡ ਏਜੰਸੀਜ਼। ਪੰਜਾਬ ਸਰਕਾਰ ਤੇ ਲਗਾਤਾਰ ਇਸ ਬਾਰੇ ਕਹਿੰਦੀ ਆਈ ਹੈ ਕਿ ਗੁਆਂਢੀ ਸੂਬਿਆਂ ਦੇ ਨਾਲ ਵੀ ਆਪਸ ਦੇ ਵਿੱਚ ਇੱਕ ਤਾਲਮੇਲ ਕਮੇਟੀ ਹੋਣੀ ਚਾਹੀਦੀ ਹੈ। ਐਸਾ ਤਾਲਮੇਲ ਹੋਣਾ ਚਾਹੀਦਾ ਹੈਗਾ ਕਿਉਂਕਿ ਨਸ਼ੇ ਜਿਹੜੇ ਹੈ, ਨਸ਼ਾ ਤਸਕਰ ਹੈਗੇ ਆ ਜਾਂ ਨਸ਼ਾ ਜਿਹੜਾ ਹੈਗਾ ਉਹ ਇਹ ਵੇਖ ਕੇ ਨਹੀਂ ਆਉਂਦਾ ਕਿ ਕਿਹੜੀ ਪਾਰਟੀ ਦਾ ਨੌਜਵਾਨ ਹੈਗਾ ਜਾਂ ਸ਼ਖਸ ਹੈਗਾ ਕਿ ਉਸ ਨੂੰ ਨਸ਼ੇ ਨੇ ਡਸਣਾ ਹੈਗਾ। ਸਮਰਥਨ ਕਾਂਗਰਸ ਨੇ ਦਿੱਤਾ ਹੈ, ਕਿੰਨਾ ਕਿ ਇਸ ਦਾ ਫਰਕ ਪਏਗਾ ਕਿਉਂਕਿ 2024 ਦੇ ਵਿੱਚ ਲੋਕ ਸਭਾ ਇਲੈਕਸ਼ਨਸ ਨੇ ਪੂਰੇ ਦੇਸ਼ ਭਰ ਦੇ ਵਿੱਚ, ਪੂਰੇ ਹਿੰਦੁਸਤਾਨ ਦੇ ਵਿੱਚ, ਖਾਸ ਕਰਕੇ ਪਿਛਲੇ 9 ਸਾਲ ਤੋਂ ਮੋਦੀ ਸਾਹਿਬ ਦੀ ਸਰਕਾਰ ਇੱਕ ਤਾਨਾਸ਼ਾਹ ਦੀ ਸਰਕਾਰ ਹੋ ਨਿਬੜੀ ਹੈਗੀ ਆ। ਅਸੀਂ ਲਗਾਤਾਰ ਇਸ ਚੀਜ਼ ਕਹਿੰਦੇ ਆਏ ਹੈਗੇ ਕਿ ਮਸਲਾ ਦਿੱਲੀ ਦਾ ਨਹੀਂ ਹੈਗਾ। ਅੱਜ ਜਿਹੜਾ ਦਿੱਲੀ 'ਚ ਹੋ ਰਿਹਾ, ਜੇਕਰ ਇਹਨੂੰ ਦਿੱਲੀ ਦੇ ਵਿੱਚ ਨਾ ਰੋਕਿਆ ਗਿਆ ਤਾਂ ਜਿਹੜਾ ਇਹ ਮੋਦੀ ਸਾਹਿਬ ਨੇ ਇਹ ਸਾਰਾ ਕੁਝ ਜਿਹੜਾ ਹੈਗਾ ਪੂਰੇ ਹਿੰਦੁਸਤਾਨ 'ਚ ਲਾਗੂ ਕਰਨਾ ਹੈ। ਔਰ ਇਹ ਸਭ ਤੋਂ ਵੱਡੇ ਦੁਸ਼ਮਣ ਸਾਡੇ ਮੁਲਕ ਦੇ ਹੈਗੇ ਆ ਫਿਰਕਾ ਪ੍ਰਸਤੀ ਅਤੇ ਤਾਨਾਸ਼ਾਹੀ। ਦੂਜੇ ਪਾਸੇ BJP ਲਗਾਤਾਰ ਜਿਹੜਾ ਹੈ ਕਈ ਪਾਰਟੀ ਦੇ ਜਿਹੜੇ ਲੋਕ ਨੇ ਉਹਨਾਂ ਵਿੱਚ ਸ਼ਾਮਿਲ ਹੋ ਰਹੇ ਨੇ। UP ਦੇ ਵਿੱਚ ਕਈ ਪਾਰਟੀਆਂ ਜਿਹੜੀ ਇੱਕ ਵਾਰ ਫਿਰ ਤੋਂ NDA ਦੇ ਵਿੱਚ ਸ਼ਾਮਿਲ ਹੋ ਗਈ, ਯਾਨੀ ਕਿ ਕਿਤੇ ਨਾ ਕਿਤੇ ਉਹ ਵੀ ਆਪਣੀ ਤਿਆਰੀ ਪੂਰੀ ਕਰ ਰਹੀ ਹੈ। ਤੇ ਪੰਜਾਬ ਦੇ ਵਿੱਚ ਵੀ ਅਸ਼ਵਨੀ ਸੇਖੜੀ BJP ਜੁਆਇਨ ਕਰ ਚੁੱਕੇ ਹੈ, ਕੱਦਾਵਰ ਨੇਤਾ ਰਹੇ ਨੇ ਕਾਂਗਰਸ ਦੇ ਵਿੱਚ। ਪਰ ਜਿਸ ਤਰੀਕੇ ਦੀ ਸਿਆਸਤ BJP ਨੇ ਕੀਤੀ ਹੈ ਉਹ ਸ਼ਾਇਦ ਲੋਕਤੰਤਰਿਕ ਮੁਲਕ ਦੇ ਲਈ ਚੰਗੀ ਨਹੀਂ ਹੈ। ਨਸ਼ਿਆਂ ਨੂੰ ਲੈ ਕੇ ਅੱਜ ਇੱਕ ਅਹਿਮ ਬੈਠਕ ਹੋਈ ਜਿਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਿਲ ਹੋਏ ਤੇ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮੀਟਿੰਗ ਦੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸ਼ਾਮਿਲ ਹੋਏ। ਕਾਫੀ ਅਹਿਮ ਫੈਸਲੇ ਲਿੱਤੇ ਗਏ। ਕੀ ਕੁਝ ਉਹ ਫੈਸਲੇ ਸੀਗੇ ਤੇ ਕਿਸ ਤਰੀਕੇ ਦੇ ਨਾਲ ਨਸ਼ੇ ਤੇ ਰੋਕਥਾਮ ਦੇ ਲਈ ਕੇਂਦਰ ਤੇ ਸੂਬਾ ਸਰਕਾਰ ਮਿਲ ਕੇ ਜਿਹੜਾ ਇੱਕ ਜੁਆਇੰਟ ਆਪਰੇਸ਼ਨ ਜਾਂ ਕਹੀਏ ਜੁਆਇੰਟ ਜਿਹੜਾ ਇਸ ਤਰੀਕੇ ਦੇ ਨਾਲ ਚਲਾ ਰਹੀ, ਇਸ ਸਾਰੇ ਮੁੱਦੇ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਮੀਡੀਅਮ ਐਂਡ ਸਮਾਲ ਸਕੇਲ ਇੰਡਸਟਰੀ ਦੇ ਚੇਅਰਮੈਨ ਨੇ ਅਨਿਲ ਗਰਗ ਜੀ। ਸਰ, ਲਗਾਤਾਰ ਨਸ਼ੇ ਨੂੰ ਲੈ ਕੇ ਜਿਹੜਾ ਇਹ ਕਿਹਾ ਜਾਂਦਾ ਹੈ ਸਰਕਾਰ ਜੇ ਸੱਤਾ ਵਿੱਚ ਆਈ ਸੀਗੀ ਉਸ ਤੋਂ ਪਹਿਲਾਂ ਵੀ ਕਿਹਾ ਗਿਆ ਸੀ ਕਿ ਕੰਟਰੋਲ ਕੀਤਾ ਜਾਏਗਾ। ਅੱਜ ਇੱਕ ਮੀਟਿੰਗ ਹੋਈ ਹੈ ਜਿਸ ਵਿੱਚ NCB ਦੇ ਦਫ਼ਤਰ ਦੀ ਗੱਲ ਕੀਤੀ ਗਈ ਕਿ ਅੰਮ੍ਰਿਤਸਰ ਦੇ ਵਿੱਚ ਖੋਲਿਆ ਜਾਏਗਾ। ਦੇਖੋ ਨਸ਼ੇ ਨੇ ਜਿਹੜਾ ਉਹ ਪੰਜਾਬ ਦੇ ਲਈ ਇੱਕ ਬੜਾ ਅਹਿਮ ਮੁੱਦਾ ਹੈਗਾ। ਪਿਛਲੇ ਇੱਕ ਦਹਾਕੇ ਤੋਂ ਲਗਾਤਾਰ ਸਾਡੀ ਜਵਾਨੀ ਨੂੰ ਜਿਹੜਾ ਹੈਗਾ ਨਸ਼ੇ ਨੇ ਖੋਖਲਾ ਕੀਤਾ ਹੈ ਔਰ ਇਸ ਮੁੱਦੇ ਨੂੰ ਅਸੀਂ ਲਗਾਤਾਰ ਉਠਾਉਂਦੇ ਰਹੇ ਹਾਂ ਜਦੋਂ ਅਸੀਂ ਆਪੋਜੀਸ਼ਨ 'ਚ ਹੁੰਦੇ ਸੀ। ਤੇ ਅੱਜ ਜਦੋਂ ਤਕਰੀਬਨ 16 ਮਹੀਨੇ ਸਾਡੀ ਸਰਕਾਰ ਬਣੀ ਨੂੰ ਹੋ ਗਏ, ਮਾਨ ਸਾਹਿਬ ਦੀ ਸਰਕਾਰ ਬੜੀ ਸਖਤ ਹੈ ਨਸ਼ਿਆਂ ਦੇ ਉੱਤੇ। ਤਕਰੀਬਨ 25,000 ਦੇ ਆਸ-ਪਾਸ ਜਿਹੜੇ ਹੈ ਛੋਟੇ-ਮੋਟੇ ਜਿਹੜੇ ਡਰੱਗ ਤਸਕਰ ਸੀ ਉਹ ਫੜੇ ਗਏ ਹੈਗੇ ਆ। ਸਪਲਾਈ ਚੇਨ ਨੂੰ ਕਾਫੀ ਹੱਦ ਤੱਕ ਸੱਟ ਮਾਰੀ ਹੈਗੀ ਹੈ ਔਰ ਪਿੰਡਾਂ ਦੇ ਵਿੱਚ ਵੀ ਪੰਚਾਇਤਾਂ ਦਾ, ਲੋਕਾਂ ਦਾ ਜਿਹੜਾ ਹੈਗਾ ਸਹਿਯੋਗ ਮਿਲ ਰਿਹਾ ਔਰ ਹੋਰ ਸਹਿਯੋਗ ਦੀ ਉਮੀਦ ਕਰਦੇ ਹਾਂ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਨਸ਼ੇ ਦੇ ਨਾਲ ਜੇ ਸਾਡੀ ਜਵਾਨੀ ਖਰਾਬ ਹੋ ਗਈ, ਠੀਕ ਹੈ ਨਾ, ਜਿਹੜੀ ਕਿ ਕਾਫੀ ਹੱਦ ਤੱਕ ਪਿਛਲੇ 10 ਸਾਲਾਂ ਦੇ ਵਿੱਚ ਅਫੈਕਟਡ ਹੋਈ ਹੈ, ਤਾਂ ਪੰਜਾਬ ਨਹੀਂ ਉਹ ਬਚਣਾ। ਸੋ ਇਸ ਕਰਕੇ ਸਾਡੇ ਲਈ ਬੜਾ ਅਹਿਮ ਮੁੱਦਾ ਹੈਗਾ। ਅੱਜ ਵੀ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਵੀ ਮਾਨ ਸਾਹਿਬ ਨੇ ਬੜੇ ਜ਼ੋਰ ਸ਼ੋਰ ਨਾਲ ਇਸ ਮੁੱਦੇ ਨੂੰ ਉਠਾਇਆ ਹੈਗਾ। ਪਰ ਅਸੀਂ ਇਹ ਵੀ ਸਮਝਦੇ ਹਾਂ ਕਿ ਕਿਉਂਕਿ ਬਹੁਤਾ ਜਿਹੜਾ ਨਸ਼ਾ ਹੈਗਾ ਉਹ ਇੰਟਰਨੈਸ਼ਨਲ ਬਾਰਡਰ ਤੋਂ ਆਉਂਦਾ ਹੈ ਔਰ ਇੰਟਰਨੈਸ਼ਨਲ ਬਾਰਡਰ ਦੀ ਜਿਹੜੇ ਰੱਖਿਆ ਦੀ ਜ਼ਿੰਮੇਵਾਰੀ ਹੈ ਉਹ ਕੇਂਦਰੀ ਏਜੰਸੀਆਂ ਦੀਆਂ ਜਿਹੜੀ ਕਿ ਡਾਇਰੈਕਟਲੀ ਗ੍ਰਹਿ ਮੰਤਰਾਲੇ ਦੇ ਅੰਡਰ ਆਉਂਦੀਆਂ ਨੇ। ਸੋ ਅਸੀਂ ਸਮਝਦੇ ਹੈਗੇ ਹਾਂ ਕਿ ਜੇਕਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਮਿਲ ਕੇ ਇਸ ਮੁੱਦੇ ਦੇ ਉੱਤੇ ਕੰਮ ਕਰਦੇ ਹੈ ਤਾਂ ਉਹਦੇ ਬੜੇ ਸਾਰਥਕ ਨਤੀਜੇ ਨਿਕਲ ਸਕਦੇ ਹੈ। NCB ਦੇ ਦਫ਼ਤਰ ਪੰਜਾਬ ਦੇ ਵਿੱਚ ਖੁੱਲਣ ਦੇ ਨਾਲ ਤੁਹਾਨੂੰ ਕੀ ਲੱਗਦਾ ਕਿਸ ਤਰੀਕੇ ਦੇ ਨਾਲ ਹੈਲਪ ਮਿਲੇਗੀ ਜਿਹੜੀ ਹੋਰ ਏਜੰਸੀਆਂ ਨੇ ਜਿਹੜੀ ਇਸ ਵਿੱਚ ਲੱਗੀ ਹੈ, ਚਾਹੇ ਉਹ ਪੰਜਾਬ ਪੁਲਿਸ ਹੋਵੇ, BSF ਹੋਵੇ ਜਾਂ ਜਿਹੜੀ ਵੀ ਇੰਟਰ ਰਿਲੇਟਡ ਏਜੰਸੀਜ਼ ਨੇ? ਦੇਖੋ ਅਸੀਂ ਪਹਿਲੇ ਵੀ ਈਵਨ ਜਿਹੜੇ ਕਿ ਪੰਜਾਬ ਦੇ DGP ਨੇ ਵੀ ਇੱਕ ਵਾਰੀ ਕਿਹਾ ਸੀ ਔਰ ਪੰਜਾਬ ਸਰਕਾਰ ਤੇ ਲਗਾਤਾਰ ਇਸ ਬਾਰੇ ਕਹਿੰਦੀ ਆਈ ਹੈ ਕਿ ਗੁਆਂਢੀ ਸੂਬਿਆਂ ਦੇ ਨਾਲ ਵੀ ਆਪਸ ਦੇ ਵਿੱਚ ਇੱਕ ਤਾਲਮੇਲ ਕਮੇਟੀ ਹੋਣੀ ਚਾਹੀਦੀ ਹੈ। ਐਸਾ ਤਾਲਮੇਲ ਹੋਣਾ ਚਾਹੀਦਾ ਹੈਗਾ ਜਿੱਥੇ ਕੋਈ ਸਿਆਸਤ ਨਾ ਹੋਵੇ, ਸੱਚਮੁੱਚ ਤਾਲਮੇਲ ਹੋਵੇ ਤਾਂ ਇਹਨਾਂ ਨਸ਼ਿਆਂ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਕਿਉਂਕਿ ਨਸ਼ੇ ਜਿਹੜੇ ਨਸ਼ਾ ਤਸਕਰ ਹੈਗੇ ਆ ਜਾਂ ਨਸ਼ਾ ਜਿਹੜਾ ਹੈਗਾ ਉਹ ਇਹ ਵੇਖ ਕੇ ਨਹੀਂ ਆਉਂਦਾ ਕਿ ਕਿਹੜੀ ਪਾਰਟੀ ਦਾ ਨੌਜਵਾਨ ਹੈਗਾ ਜਾਂ ਸ਼ਖਸ ਹੈਗਾ ਕਿ ਉਸ ਨੂੰ ਨਸ਼ੇ ਨੇ ਡਸਣਾ ਹੈਗਾ। ਨਸ਼ੇ ਨੇ ਹਰੇਕ ਨੂੰ ਡਸ ਲੈਣਾ, ਹਰੇਕ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਲੈਣਾ ਹੈਗਾ। ਜਦੋਂ ਨੁਕਸਾਨ ਪੂਰੇ ਪੰਜਾਬ ਦਾ ਹੋ ਰਿਹਾ ਤਾਂ ਸਾਰੇ ਪੰਜਾਬ ਦਾ ਹੀ ਨੁਕਸਾਨ ਹੋ ਰਿਹਾ। ਸੋ ਮੈਂ ਇਹ ਸਮਝਦਾ ਹਾਂ ਕਿ ਜੇਕਰ ਜਿਹੜੀਆਂ ਏਜੰਸੀਆਂ ਨੇ, ਚਾਹੇ ਕੇਂਦਰੀ ਏਜੰਸੀਆਂ ਨੇ ਜਾਂ ਸੂਬੇ ਦੀ ਏਜੰਸੀ ਹੈ, ਜਦੋਂ ਇਹ ਤਾਲਮੇਲ ਦੇ ਨਾਲ ਕੰਮ ਕਰਦੇ ਆ ਤਾਂ ਉਹਦਾ ਬਹੁਤ ਫਾਇਦਾ ਜਿਹੜਾ ਹੈਗਾ ਸਾਡੇ ਮੁਲਕ ਨੂੰ ਵੀ ਹੁੰਦਾ ਔਰ ਸਾਡੇ ਸੂਬੇ ਨੂੰ ਵੀ ਹੁੰਦਾ।
ਸਰ ਜਿਹੜਾ ਪੀਏਸੀ ਨੂੰ ਲੈ ਕੇ ਪੀਏਸੀ ਦੀ ਮੀਟਿੰਗ ਹੈ ਬੰਗਲੌਰ ਦੇ ਵਿੱਚ ਤੇ ਅਹਿਮ ਸਵਾਲ ਇਹੀ ਸੀਗਾ ਕਿ ਕਾਂਗਰਸ ਸਮਰਥਨ ਦੇਗੀ ਨਹੀਂ, ਲੇਕਿਨ ਹੁਣ ਆਰਡੀਨੈਂਸ ਦੇ ਖਿਲਾਫ ਜਿਹੜਾ ਹੈ ਜਿਹੜਾ ਭਾਰਤ ਸਰਕਾਰ ਦੇ ਖਿਲਾਫ ਹੈ, ਬੀਜੇਪੀ ਦੇ ਖਿਲਾਫ ਹੈ, ਹੁਣ ਇਸ ਦੇ ਖਿਲਾਫ ਜਿਹੜਾ ਸਮਰਥਨ ਕਾਂਗਰਸ ਨੇ ਦਿੱਤਾ ਹੈ, ਕਿੰਨਾ ਕਿ ਇਸ ਦਾ ਫਰਕ ਪਏਗਾ ਕਿਉਂਕਿ 2024 ਦੇ ਵਿੱਚ ਲੋਕ ਸਭਾ ਇਲੈਕਸ਼ਨਸ ਨੇ ਪੂਰੇ ਦੇਸ਼ ਭਰ ਦੇ ਵਿੱਚ। ਦੇਖੋ ਇਸ ਦੇ ਉੱਤੇ ਤਾਂ ਜਿਹੜੀ ਹੈ ਜਦੋਂ ਮੀਟਿੰਗ ਹੋਏਗੀ ਸਾਰੀਆਂ ਵਿਰੋਧੀ ਦਲਾਂ ਦੀ ਉੱਥੇ ਹੀ ਡਿਸਕਸ਼ਨ ਹੋਏਗਾ, ਪਰ ਅਸੀਂ ਦੇਖ ਰਹੇ ਹਾਂ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਪਿਛਲੇ 9 ਸਾਲ ਤੋਂ ਮੋਦੀ ਸਾਹਿਬ ਦੀ ਸਰਕਾਰ ਇੱਕ ਤਾਨਾਸ਼ਾਹ ਦੀ ਸਰਕਾਰ ਹੋ ਨਿਬੜੀ ਹੈਗੀ ਆ। ਜਿੱਥੇ ਜਿੱਥੇ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੂੰ ਇਹ ਹਰ ਤਰੀਕੇ ਨਾਲ ਪਰੇਸ਼ਾਨ ਕਰਦੇ ਆ। ਈਵਨ ਜਿਹੜੀਆਂ ਸਾਡੀਆਂ ਸੰਵਿਧਾਨਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਹ ਮੰਨਣ ਨੂੰ ਤਿਆਰ ਨਹੀਂ ਜਾਂ ਉਹਨਾਂ ਨੂੰ ਕਮਜ਼ੋਰ ਕਰਨ ਦੀ, ਉਹਨਾਂ ਦੇ ਉੱਤੇ ਸੱਟ ਮਾਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਕੀਤੀ। ਔਰ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਕਿੰਨੇ ਸਾਲਾਂ ਬਾਅਦ ਜਿਹੜਾ ਫੈਸਲਾ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੇ ਹੱਕ ਦੇ ਵਿੱਚ ਦਿੱਤਾ, ਉਸ ਨੂੰ ਇਹਨਾਂ ਨੇ ਇੱਕ ਆਰਡੀਨੈਂਸ ਦੇ ਜ਼ਰੀਏ ਤਬਦੀਲ ਕਰਨ ਦੀ ਗੱਲ ਕੀਤੀ। ਅਸੀਂ ਲਗਾਤਾਰ ਇਸ ਚੀਜ਼ ਕਹਿੰਦੇ ਆਏ ਹੈਗੇ ਆ ਵੀ ਮਸਲਾ ਦਿੱਲੀ ਦਾ ਨਹੀਂ ਹੈਗਾ। ਅੱਜ ਜਿਹੜਾ ਦਿੱਲੀ 'ਚ ਹੋ ਰਿਹਾ, ਜੇਕਰ ਇਹਨੂੰ ਦਿੱਲੀ ਦੇ ਵਿੱਚ ਨਾ ਰੋਕਿਆ ਗਿਆ ਤਾਂ ਜਿਹੜਾ ਇਹ ਮੋਦੀ ਸਾਹਿਬ ਨੇ ਇਹ ਸਾਰਾ ਕੁਝ ਜਿਹੜਾ ਹੈਗਾ ਪੂਰੇ ਹਿੰਦੁਸਤਾਨ 'ਚ ਲਾਗੂ ਕਰਨਾ ਆ। ਪੂਰੇ ਹਿੰਦੁਸਤਾਨ ਦੇ ਜਿਹੜੇ ਦੂਜੀਆਂ ਸਰਕਾਰਾਂ ਨੇ ਉਹਨਾਂ ਨੂੰ ਵੀ ਪਰੇਸ਼ਾਨ ਕਰਨਾ ਹੈਗਾ। ਸੋ ਗੱਲ ਇਹ ਜਿਹੜਾ ਹੈਗਾ ਦਿੱਲੀ ਦੀ ਆਰਡੀਨੈਂਸ ਦੀ ਨਹੀਂ ਹੈ, ਸੰਵਿਧਾਨ ਨੂੰ ਬਚਾਉਣ ਦੀ ਗੱਲ ਹੈ। ਚੰਗੀ ਗੱਲ ਹੈ ਕਿ ਜਿਹੜੀ ਕਾਂਗਰਸ ਪਾਰਟੀ ਆ ਉਸਨੇ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਆਪਦੀ ਹਾਂ ਭਰੀ ਹੈ ਤੇ ਬਾਕੀ ਗੱਲਾਂ ਤੇ ਬਾਅਦ ਦੇ ਵਿੱਚ ਹੋਣੀਆਂ ਨੇ। ਪਰ ਇੱਕ ਗੱਲ ਪੱਕੀ ਹੈਗੀ, ਇਸ ਵਕਤ ਜਿਹੜੇ ਸਾਡੇ ਮੁਲਕ ਨੂੰ ਜਿਹੜਾ ਦੋ ਚੀਜ਼ਾਂ ਦਾ ਬਹੁਤ ਵੱਡਾ ਖਤਰਾ ਆ। ਇੱਕ ਬੰਨੇ ਤਾਨਾਸ਼ਾਹੀ ਹੈਗੀ, ਦੂਜੇ ਬੰਨੇ ਫਿਰਕਾ ਪ੍ਰਸਤੀ ਹੈਗੀ ਹੈ। ਔਰ ਇਹ ਸਭ ਤੋਂ ਵੱਡੇ ਦੁਸ਼ਮਣ ਸਾਡੇ ਮੁਲਕ ਦੇ ਹੈਗੇ ਆ, ਫਿਰਕਾ ਪ੍ਰਸਤੀ ਅਤੇ ਤਾਨਾਸ਼ਾਹੀ। ਸੋ ਇਹਨੂੰ ਰੋਕਣ ਵਾਸਤੇ ਜਿਹੜਾ ਕੋਈ ਮਿਨੀਮਮ ਪ੍ਰੋਗਰਾਮ ਬਣਦਾ ਉਹ ਤੇ ਖੈਰ ਮੈਂ ਉਸ ਪੋਜੀਸ਼ਨ 'ਚ ਨਹੀਂ ਹਾਂ ਕਿ ਉਸ ਦੇ ਉੱਤੇ ਮੈਂ ਕੋਈ ਕਮੈਂਟ ਕਰਾਂ। ਉਹਦੇ ਉੱਤੇ ਤਾਂ ਜਿਹੜੀ ਲੀਡਰਸ਼ਿਪ, ਸੀਨੀਅਰ ਲੀਡਰਸ਼ਿਪ ਹੀ ਕਮੈਂਟ ਕਰ ਸਕਦੀ ਹੈ। ਪਰ ਇੱਕ ਚੰਗਾ ਵੈਲਕਮ ਸਟੈਪ ਆ। ਸਪੀਚ ਸਰ, ਜਿੱਥੇ ਇੱਕ ਪਾਸੇ ਵਿਰੋਧੀ ਧਿਰਾਂ ਇਕੱਠੀ ਹੋ ਰਹੀਆਂ ਨੇ ਆਰਡੀਨੈਂਸ ਦੇ ਖਿਲਾਫ, ਲੇਕਿਨ ਦੂਜੇ ਪਾਸੇ ਬੀਜੇਪੀ ਲਗਾਤਾਰ ਜਿਹੜਾ ਹੈ ਕਈ ਪਾਰਟੀ ਦੇ ਜਿਹੜੇ ਲੋਕ ਨੇ ਉਹਨਾਂ ਵਿੱਚ ਸ਼ਾਮਿਲ ਹੋ ਰਹੇ ਨੇ। ਯੂਪੀ ਦੇ ਵਿੱਚ ਕਈ ਪਾਰਟੀਆਂ ਜਿਹੜੀ ਹੈ ਇੱਕ ਵਾਰ ਫਿਰ ਤੋਂ ਐਨਡੀਏ ਦੇ ਵਿੱਚ ਸ਼ਾਮਿਲ ਹੋ ਗਈ, ਯਾਨੀ ਕਿ ਕਿਤੇ ਨਾ ਕਿਤੇ ਉਹ ਵੀ ਆਪਣੀ ਤਿਆਰੀ ਪੂਰੀ ਕਰ ਰਹੀ ਹੈ। ਤੇ ਪੰਜਾਬ ਦੇ ਵਿੱਚ ਵੀ ਅਸ਼ਵਨੀ ਸੇਖੜੀ ਬੀਜੇਪੀ ਜੁਆਇਨ ਕਰ ਚੁੱਕੇ ਹੈ, ਕੱਦਾਵਰ ਨੇਤਾ ਰਹੇ ਨੇ ਕਾਂਗਰਸ ਦੇ ਵਿੱਚ। ਦੇਖੋ ਤਿਆਰੀ ਤੇ ਹਰ ਇੱਕ ਪੋਲੀਟੀਕਲ ਪਾਰਟੀ ਕਰਦੀ ਹੈ, ਉਹਨੂੰ ਹੱਕ ਵੀ ਹੈਗਾ। ਪਰ ਜਿਸ ਤਰੀਕੇ ਦੀ ਸਿਆਸਤ ਬੀਜੇਪੀ ਨੇ ਕੀਤੀ ਹੈ ਉਹ ਸ਼ਾਇਦ ਲੋਕਤੰਤਰਿਕ ਮੁਲਕ ਦੇ ਲਈ ਚੰਗੀ ਨਹੀਂ ਹੈਗੀ ਹੈ, ਕਿਉਂਕਿ ਬੀਜੇਪੀ ਇੱਕੋ ਰਾਹ ਤੁਰੀ ਹੋਈ ਹੈ ਕਿ ਆਪੋਜੀਸ਼ਨ ਨੂੰ ਕਿਸ ਤਰੀਕੇ ਨਾਲ ਖਤਮ ਕੀਤਾ ਜਾਵੇ। ਜਿਨ੍ਹਾਂ ਲੋਕਾਂ ਦੇ ਖਿਲਾਫ ਉਹ ਪ੍ਰਚਾਰ ਕਰਦੇ ਰਹੇ, ਜਿਵੇਂ ਪੰਜਾਬ ਦੀ ਗੱਲ ਕਰਾਂ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਦੌਰਾਨ ਕਿੰਨਾ ਪ੍ਰਚਾਰ ਉਹਨਾਂ ਨੇ ਕੀਤਾ, ਕਿੰਨੇ ਮੰਤਰੀਆਂ ਦੇ ਖਿਲਾਫ ਪ੍ਰਚਾਰ ਕੀਤਾ। ਅੱਜ ਸਾਰੇ ਜਿਹੜਾ ਹੈਗੇ ਆ ਉਹ ਬੀਜੇਪੀ ਦਾ ਹਿੱਸਾ ਨੇ। ਈਵਨ ਕੱਲ ਅਸ਼ਵਨੀ ਸੇਖੜੀ ਜੀ ਵੀ ਜੁਆਇਨ ਕਰ ਗਏ। ਇਉਂ ਲੱਗਦਾ ਕਿ ਜਿਹੜੀ ਬੀਜੇਪੀ ਆ ਕਿ ਜਦੋਂ ਤਾਂ ਬੰਦਾ ਵਿਰੋਧੀ ਪਾਰਟੀ 'ਚ ਹੁੰਦਾ ਆ ਤੇ ਉਦੋਂ ਤਾਂ ਉਹਦੇ ਤੇ ਸਾਰੇ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਆ। ਸ਼ਾਇਦ ਇਹ ਇੱਕ ਵਾਸ਼ਿੰਗ ਮਸ਼ੀਨ ਹੈਗੀ ਹੈ ਕਿ ਉਹਨੂੰ ਧੋ ਕੇ ਆਪਣੇ 'ਚ ਸ਼ਾਮਲ ਕਰ ਲੈਂਦੇ ਆ। ਅੱਜ ਪੰਜਾਬ ਦੇ ਵਿੱਚ ਤਾਂ ਪਤਾ ਹੀ ਨਹੀਂ ਲੱਗਦਾ ਵੀ ਇਹ ਬੀਜੇਪੀ ਹੈ ਤੇ ਜਾਂ ਕਾਂਗਰਸ ਪਾਰਟੀ ਹੈ। ਜਿਸ ਤਰੀਕੇ ਦੀ ਜਾਣੀ ਕਿ ਅੱਜ ਅੱਧੇ ਤੋਂ ਵੱਧ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਜਾਂ ਮੰਤਰੀ ਹੈਗੇ ਸੀ ਉਹ ਬੀਜੇਪੀ ਦੇ ਵਿੱਚ ਬੈਠੇ ਹੈਗੇ ਆ। ਸੋ ਬੀਜੇਪੀ ਕਿਸੇ ਟਾਈਮ ਤੇ ਕਿਹਾ ਕਰਦੀ ਸੀ ਕਿ ਅਸੀਂ ਇੱਕ ਡਿਫਰੈਂਟ ਪਾਰਟੀ ਆ, ਠੀਕ ਹੈ ਨਾ। ਅੱਜ ਉਹਨਾਂ ਲਈ ਸਿਰਫ ਅਤੇ ਸਿਰਫ ਸੱਤਾ ਹੈਗਾ, ਔਰ ਸੱਤਾ ਆਉਣ ਤੋਂ ਬਾਅਦ ਤਾਨਾਸ਼ਾਹੀ ਹੈਗੀ ਹੈ, ਨਾਦਰਸ਼ਾਹੀ ਹੈਗੀ ਹੈ। ਇਹੀ ਸ਼ਾਇਦ ਉਹਨਾਂ ਦਾ ਇੱਕ ਆਬਜੈਕਟਿਵ ਤੇ ਏਮ ਹੋ ਗਿਆ। ਈਵਨ ਅੱਜ ਜਿਹੜੇ ਟਕਸਾਲੀ ਬੀਜੇਪੀ ਦੇ ਵਰਕਰ ਹੈਗੇ ਆ ਜਾਂ ਆਗੂ ਹੈਗੇ ਆ ਉਹ ਵੀ ਘੁਟਨ ਮਹਿਸੂਸ ਕਰਦੇ ਆ। ਪਿਛਲੇ ਦਿਨ ਅਸੀਂ ਪੰਜਾਬ ਦੇ ਬਹੁਤ ਸਾਰੇ ਚੈਨਲਾਂ ਦੇ ਉੱਤੇ, ਅਖਬਾਰਾਂ ਦੇ ਵਿੱਚ ਇਹ ਸੁਣਿਆ ਵੀ ਹੈ ਔਰ ਪੜ੍ਹਿਆ ਵੀ ਹੈਗਾ। ਤੇ ਪਰ ਮੈਂ ਇਹ ਸਮਝਦਾ ਫਿਰ ਉੱਥੇ ਗੱਲ ਆਉਂਦੀ ਹੈਗੀ ਹੈ ਕਿ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਜਿਹੜਾ ਹੈ ਉਹ ਬੀਜੇਪੀ ਹੈ। ਅਸੀਂ ਤਾਂ 2019 ਦੇ ਇਲੈਕਸ਼ਨ ਦੇ ਵਿੱਚ ਵੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਅਮਿਤ ਸ਼ਾਹ ਤੇ ਮੋਦੀ ਦੀ ਜੋੜੀ ਦੁਬਾਰਾ ਆਉਂਦੀ ਹੈ ਤਾਂ ਉਹ ਲੋਕਤੰਤਰ ਲਈ ਖਤਰਾ ਹੋਏਗੀ। ਉਹਨਾਂ ਨੇ ਪ੍ਰੂਵ ਵੀ ਕੀਤਾ ਹੈਗਾ। ਜਿਸ ਤਰੀਕੇ ਨਾਲ ਤੁਸੀਂ ਇਹ ਕਹਿ ਰਹੇ ਹੋ ਕਿ ਵਾਸ਼ਿੰਗ ਮਸ਼ੀਨ, ਇਹੀ ਸੇਮ ਜਿਹੜਾ ਹੈ ਟਵੀਟ ਕਰਕੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ। ਲੇਕਿਨ ਅਸ਼ਵਨੀ ਸੇਖੜੀ ਦਾ ਕਹਿਣਾ ਹੈ ਕਿ ਕਿਉਂਕਿ ਕਾਂਗਰਸ ਦੇ ਵਿੱਚ ਕਈ ਧੜਾ ਬਣ ਗਏ, ਕਈ ਗਰੁੱਪਸ ਬਣ ਗਏ, ਇਸ ਕਰਕੇ ਆਪਣੀ ਗੱਲ ਰੱਖਣ ਦਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿੱਥੇ ਰੱਖਿਆ ਜਾਂਦਾ। ਕਿਤੇ ਨਾ ਕਿਤੇ ਪ੍ਰਧਾਨਗੀ ਤੇ ਸਵਾਲ ਚੁੱਕੇ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ। ਨਹੀਂ, ਇਹ ਤਾਂ ਤੁਸੀਂ ਕਾਂਗਰਸ ਦੇ ਲੀਡਰਾਂ ਨੂੰ ਪੁੱਛੋ ਤਾਂ ਬਿਹਤਰ ਹੈਗਾ। ਅਸੀਂ ਤਾਂ ਮੁੱਖ ਆਪੋਜੀਸ਼ਨ ਹੈ, ਜੇ ਉਹ ਆਪਸ 'ਚ ਇਸ ਤਰੀਕੇ ਨਾਲ ਕਰਦੇ ਪਏ ਤੇ ਮੁੱਦੇ ਕਿਸ ਤਰ੍ਹਾਂ? ਨਹੀਂ, ਮੈਂ ਉਹੀ ਤੁਹਾਨੂੰ ਕਹਿ ਰਿਹਾ ਨਾ ਜੀ, ਜੇਕਰ ਉਹ ਜਿਹੜਾ ਕਾਂਗਰਸ ਦਾ ਇੰਟਰਨਲ ਮਾਮਲਾ ਹੈਗਾ, ਠੀਕ ਹੈ ਨਾ, ਜੇ ਉਹਨਾਂ ਨੂੰ ਕੋਈ ਦਿੱਕਤ ਹੈਗੀ ਹੈ ਤੁਸੀਂ ਉਹਨਾਂ ਨੂੰ ਪੁੱਛੋ। ਇਹਦੇ ਉੱਤੇ ਅਸੀਂ ਕਮੈਂਟ ਕਰਦੇ ਚੰਗੇ ਨਹੀਂ ਲੱਗਦੇ। ਪਰ ਇਹ ਚੰਗੀ ਮਤਲਬ ਲੋਕਤੰਤਰ ਦੇ ਲਈ, ਸੂਬੇ ਦੇ ਲਈ, ਮੁਲਕ ਦੇ ਲਈ ਜਿੱਥੇ ਇੱਕ ਚੰਗੀ ਸਰਕਾਰ ਦਾ ਹੋਣਾ ਜ਼ਰੂਰੀ ਹੈ ਉੱਥੇ ਚੰਗੀ ਆਪੋਜੀਸ਼ਨ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ, ਜਿੱਥੇ ਸਾਰਥਕ ਮੁੱਦਿਆਂ ਦੇ ਉੱਤੇ ਗੱਲ ਹੋਵੇ। ਮੈਂ ਤਾਂ ਇਹੀ ਕਹਿ ਸਕਦਾ। ਬਾਕੀ ਉੱਥੇ ਮਾਹੌਲ ਹੈ ਜਾਂ ਨਹੀਂ ਹੈ ਇਹਦੇ ਬਾਰੇ ਮੈਂ ਕੀ ਕਹਿ ਸਕਦਾ ਜੀ। ਇੱਕ ਸਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਜਪਾਲ ਨੂੰ ਲੈਟਰ ਲਿਖਿਆ ਹੈ ਵਾਧੂ ਫੰਡਸ ਵਾਸਤੇ, ਕਿਉਂਕਿ ਸਾਡਾ ਦੀ ਸਿਚੁਏਸ਼ਨ ਦੇ ਕਾਰਨ ਪੰਜਾਬ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ।
ਚੰਗੀ ਗੱਲ ਹੈ ਜੀ, ਮਤਲਬ ਪੰਜਾਬ ਦੇ ਲਈ ਜੀ ਹਾਂ ਦਾ ਨਾਰਾ ਮਾਰਿਆ, ਕਿਉਂਕਿ ਕੇਂਦਰ ਸਰਕਾਰ ਤਾਂ ਲਗਾਤਾਰ ਹੀ ਜਿਹੜਾ ਹੈ ਉਹ ਪੰਜਾਬ ਦੇ ਨਾਲ ਧੱਕਾ ਕਰ ਰਹੀ ਹੈ। ਸਾਡਾ ਚਾਹੇ ਆਰਡੀਐਫ ਦਾ ਫੰਡ ਹੋਵੇ, ਸਾਡਾ ਨੈਸ਼ਨਲ ਹੈਲਥ ਮਿਸ਼ਨ ਦਾ ਫੰਡ ਹੋਵੇ, ਸਾਡੇ ਜੀਐਸਟੀ ਦਾ ਬਕਾਇਆ ਹੋਵੇ, ਬਹੁਤ ਸਾਰੇ ਫੰਡ ਜਿਹੜੇ ਉਹ ਕੇਂਦਰ ਸਰਕਾਰ ਨੇ ਰੋਕਿਆ ਹੋਏ ਨੇ, ਔਰ ਬਹੁਤ ਸਾਰੀਆਂ ਗ੍ਰਾਂਟਾਂ ਸਾਡੀਆਂ ਰੋਕੀਆਂ ਹੋਈਆਂ ਨੇ। ਉਹ ਲਗਾਤਾਰ ਪ੍ਰੈਸ਼ਰਾਈਜ਼ ਕਰ ਰਹੇ ਆ ਪੰਜਾਬ ਸਰਕਾਰ ਨੂੰ, ਔਰ ਲਗਾਤਾਰ ਜਿਸ ਤਰੀਕੇ ਨਾਲ ਪੰਜਾਬ ਦੇ ਆਰਥਿਕ ਹਾਲਾਤ, ਕਿਉਂਕਿ ਇਹਨਾਂ ਲੋਕਾਂ ਦੀ ਸਰਕਾਰ ਪਹਿਲਾਂ ਰਹੀ ਹੈ ਇੰਨੇ ਸਾਲ, ਔਰ ਇਹਨਾਂ ਲੱਖ ਦਾ ਕਰਜ਼ਾ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਪੰਜਾਬ ਦੇ ਜੁੰਮੇ ਹੈਗਾ, ਤੇ ਉਹਨਾਂ ਹਾਲਾਤਾਂ ਦੇ ਵਿੱਚ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪ੍ਰੈਸ਼ਰ ਕਰਨ ਵਾਸਤੇ ਸਾਡੇ ਫੰਡ ਰੋਕੇ ਹੋਏ ਆ। ਤੇ ਅਸੀਂ ਵੀ ਜਾਣੀ ਕਿ ਅਪੀਲ ਕਰਾਂਗੇ ਕੇਂਦਰ ਸਰਕਾਰ ਨੂੰ। ਈਵਨ ਜਦੋਂ ਮਾਨ ਸਾਹਿਬ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ, ਤੇ ਉਦੋਂ ਵੀ ਜਦੋਂ ਉਹ ਸੀਐਮ ਸਾਹਿਬ ਪੀਐਮ ਸਾਹਿਬ ਨੂੰ ਮਿਲੇ ਸੀ, ਤਾਂ ਉਹਨਾਂ ਨੇ ਇੱਕੋ ਚੀਜ਼ ਦੀ ਡਿਮਾਂਡ ਕੀਤੀ ਸੀ ਕਿ ਪੰਜਾਬ ਨੂੰ ਇੱਕ ਸਪੈਸ਼ਲ ਪੈਕੇਜ ਦਿੱਤਾ ਜਾਵੇ। ਜੇ ਹੁਣ ਰਾਜਾ ਵੜਿੰਗ ਜੀ ਨੇ ਪੰਜਾਬ ਦੇ ਲਈ ਸਪੈਸ਼ਲ ਪੈਕੇਜ ਮੰਗਿਆ, ਵੈਲਕਮ ਸਟੈਪ ਹੈ ਜੀ, ਦੇਣਾ ਚਾਹੀਦਾ ਕੇਂਦਰ ਸਰਕਾਰ ਨੂੰ। ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਐਸਜੀਪੀਸੀ ਆਪਣਾ ਇੱਕ YouTube ਚੈਨਲ ਖੋਲ ਰਹੀ ਹੈ। ਉਹਨਾਂ ਨੇ ਪਿਛਲੇ ਦਿਨ ਪ੍ਰੈਸ ਕਾਨਫਰੰਸ ਵੀ ਕੀਤੀ ਸੀਗੀ, ਲੇਕਿਨ ਇੱਕ ਵਾਰ ਫਿਰ ਤੋਂ ਜਿਹੜੇ ਸਾਬਕਾ ਮੁੱਖ ਮੰਤਰੀ ਹੈ ਚਰਨਜੀਤ ਸਿੰਘ ਚੰਨੀ, ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੂੰ ਜਿਹੜਾ ਇੱਕ ਮਤਾ ਵਿਧਾਨ ਸਭਾ ਦੇ ਵਿੱਚ ਲਾਇਆ ਗਿਆ ਸੀ, ਉਸ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਨਹੀਂ ਜੀ, ਕਿਉਂ ਵਾਪਸ ਲੈ ਲੈਣਾ ਚਾਹੀਦਾ ਜੀ? ਉਹ ਮਤਾ ਜਿਹੜਾ ਵਿਧਾਨ ਸਭਾ ਦੇ ਵਿੱਚ ਲਿਆ ਗਿਆ, ਜਿਹੜਾ ਕਿ ਮਤਾ ਪਾਸ ਕਰਕੇ ਗਵਰਨਰ ਸਾਹਿਬ ਕੋਲੇ ਪੈਂਡਿੰਗ ਪਿਆ ਹੈਗਾ, ਉਹਨਾਂ ਦੇ ਸਿਗਨੇਚਰ ਤੋਂ ਬਾਅਦ ਉਹਨੇ ਬਿੱਲ ਬਣਨਾ ਹੈਗਾ, ਉਸ ਦੇ ਬਾਰੇ ਈਵਨ ਪਰਸੋਂ ਚੌਥੇ ਮੁੱਖ ਮੰਤਰੀ ਸਾਹਿਬ ਨੇ ਵੀ ਲੈਟਰ ਲਿਖੀ ਹੈ, ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਉੱਤੇ ਦਸਤਖਤ ਜਲਦੀ ਕੀਤੇ ਜਾਣ, ਕਿਉਂਕਿ ਇਹ ਜਿਹੜਾ ਮਤਾ ਹੈਗਾ ਨਾ ਕੇਵਲ ਪੰਜਾਬ ਬਲਕਿ ਦੁਨੀਆ ਦੇ ਕਿਸੇ ਕੋਨੇ 'ਚ ਵੀ ਰਹਿਣ ਵਾਲੇ ਸਿੱਖਾਂ ਦੀ ਤਰਜਮਾਨੀ ਕਰਦਾ ਹੈਗਾ। ਉਹਨਾਂ ਦੀ ਸੋਚ ਹੈ ਉਸ ਦੀ ਤਰਜਮਾਨੀ ਕਰਦਾ ਹੈਗਾ। ਅੱਜ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਗੁਰੂ ਨਾਨਕ ਨਾਮ ਲੈਵਾ ਜਾਨੀ ਕਿ ਸੰਗਤ ਵਸਦੀ ਹੈਗੀ ਹੈ। ਉਹ ਚਾਹੁੰਦੇ ਕਿ ਗੁਰਬਾਣੀ ਦਾ ਪ੍ਰਚਾਰ ਜਿਹੜਾ ਹੈਗਾ ਉਹ ਫ੍ਰੀ ਆਫ ਕਾਸਟ ਹੋਵੇ ਔਰ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਹੋਵੇ। ਤੁਸੀਂ ਕਿਸੇ ਦੇ ਵਪਾਰਕ ਹਿੱਤ ਸਾਧਨ ਵਾਸਤੇ ਉਹਨੂੰ ਰਿਸਟ੍ਰਿਕਟਡ ਨਹੀਂ ਨਾ ਕਰ ਸਕਦੇ। ਸੋ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਜਾਨੀ ਕਿ ਚਰਨਜੀਤ ਚੰਨੀ ਜੀ ਦਾ ਇਹ ਕੋਈ ਬਿਆਨ ਬਹੁਤਾ ਸਿਆਣਪ ਵਾਲਾ ਬਿਆਨ ਹੈਗਾ। ਹਾਂ, ਜੇ ਉਹਨਾਂ ਦੀ ਕੋਈ ਨਵੀਂ ਦੋਸਤੀ ਹੋਣੀ ਸ਼ੁਰੂ ਹੋਈ ਹੋਵੇ ਬਾਦਲ ਸਾਹਿਬ ਨਾਲ, ਤਾਂ ਉਹ ਮੈਂ ਕਹਿ ਨਹੀਂ ਸਕਦਾ ਜੀ। ਇਸਰੋ ਦੀ ਜਿਹੜੀ ਰਾਕਟ ਲਾਂਚਿੰਗ ਹੋਈ ਸੀ ਚੰਦਰਯਾਨ 3, ਉੱਥੇ ਦੇਖਣ ਦੇ ਲਈ ਪੰਜਾਬ ਦੇ ਬੱਚੇ ਗਏ ਸੀਗੇ, ਤੇ ਇਸਰੋ ਨੇ ਇੱਥੇ ਇੱਕ ਸੈਂਟਰ ਖੋਲ੍ਹਣ ਦੇ ਵੀ ਲਈ ਵੀ ਕਿਹਾ ਹੈ। ਹਾਂਜੀ, ਬਿਲਕੁਲ ਚੰਗੀ ਗੱਲ ਹੈ। ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਤੇ ਵੈਸੇ ਹੀ ਬੜੇ ਅਗਰੈਸਿਵ ਤੇ ਊਰਜਾਵਾਨ ਮੁੱਖ ਮੰਤਰੀ ਹੈਗੇ ਆ। ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਆ ਕਿਸ ਤਰੀਕੇ ਨਾਲ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਇਆ ਜਾਵੇ, ਔਰ ਸਾਡੇ ਬੱਚੇ ਸਾਡਾ ਭਵਿੱਖ ਹੈਗੇ ਆ। ਤੇ ਇਸੇ ਕਰਕੇ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚੋਂ ਪਹਿਲੀ ਵਾਰੀ ਐਡੀ ਵੱਡੀ ਗਿਣਤੀ ਵਿੱਚ ਬੱਚੇ ਜਿਹੜੇ ਆ ਇਸ ਚੀਜ਼ ਦਾ ਗਵਾਹ ਬਣੇ ਜਦੋਂ ਚੰਦਰਯਾਨ 3 ਦੀ ਉਡਾਨ ਭਰੀ। ਸੋ ਜੇ ਪੰਜਾਬ ਦੇ ਵਿੱਚ ਇਸਰੋ ਦਾ ਸੈਂਟਰ ਖੁੱਲ੍ਹਦਾ ਹੈਗਾ, ਪੰਜਾਬ ਸਰਕਾਰ ਮੇਰੇ ਹਿਸਾਬ ਨਾਲ ਪੂਰੀ ਮਦਦ ਕਰੇਗੀ ਉਹਦੇ ਵਿੱਚ। ਆਖਰੀ ਸਵਾਲ ਸਰ, ਜਿਸ ਤਰੀਕੇ ਦੇ ਨਾਲ ਪਾਣੀ ਦੇ ਕਰਕੇ ਜਿਹੜਾ ਇੱਕ ਕਹੀਏ ਮੰਜ਼ਰ ਲੋਕਾਂ ਨੇ ਦੇਖਿਆ, ਇੱਥੇ ਹਰ ਪਾਸੇ ਪਾਣੀ ਫਿਲਹਾਲ ਵੀ ਸਿਚੁਏਸ਼ਨ ਜਿਹੜੀ ਹੈ ਕੰਟਰੋਲ ਦੇ ਵਿੱਚ ਹੈ, ਲੇਕਿਨ ਕਈ ਪਿੰਡਾਂ ਦੇ ਵਿੱਚ ਪਾਣੀ ਜਾ ਰਿਹਾ ਹੈ। ਕੀ ਕੁਝ ਸੂਬਾ ਸਰਕਾਰ ਵੱਲੋਂ ਹਿਦਾਇਤਾਂ ਦਿੱਤੀ ਜਾ ਰਹੀ ਹੈ ਲੋਕਾਂ ਨੂੰ, ਕਿਉਂਕਿ ਕਈ ਲੋਕ ਅਜਿਹੇ ਨੇ ਜਿਹੜੇ ਕਿ ਆਪਣਾ ਘਰ ਛੱਡ ਕੇ ਧਰਮਸ਼ਾਲਾ ਦੇ ਵਿੱਚ ਚਲੇ ਗਏ ਸੀਗੇ ਆਪਣੇ ਰਿਸ਼ਤੇਦਾਰਾਂ ਦੇ ਕੋਲ, ਕਿਸ ਤਰੀਕੇ ਨਾਲ ਹੁਣ ਉਸ ਨੂੰ ਕੰਟਰੋਲ ਕੀਤਾ ਜਾ ਰਿਹਾ? ਦੇਖੋ, ਸਾਰਿਆਂ ਤੋਂ ਪਹਿਲਾਂ ਤਾਂ ਜਿਹੜਾ ਮਾਨ ਸਾਹਿਬ ਦੀ ਸਰਕਾਰ ਦਾ ਇੱਕੋ ਚੀਜ਼ ਤੇ ਜ਼ੋਰ ਲੱਗਿਆ ਹੈ ਕਿ ਅਸੀਂ ਲੋਕਾਂ ਦੀ ਜਾਨੀ ਤੇ ਮਾਲੀ ਨੁਕਸਾਨ ਦੀ ਜਿਹੜਾ ਹੈਗਾ ਰੱਖਿਆ ਕਰਨੀ ਹੈਗੀ ਹੈ। ਸੋ ਸਾਰਾ ਦੀ ਪੂਰਾ ਪ੍ਰਸ਼ਾਸਨ ਮੁੱਖ ਮੰਤਰੀ ਤੋਂ ਲੈ ਕੇ ਅਫਸਰਾਂ ਤੱਕ, ਐਮਐਲਏ, ਸਾਡੇ ਮੰਤਰੀ, ਸਾਡੇ ਲੀਡਰ ਸਾਹਿਬਾਨ, ਸਰਕਾਰੀ ਅਮਲਾ, ਸਾਰਾ ਇਸ ਚੀਜ਼ ਤੇ ਲੱਗਿਆ ਹੋਇਆ ਕਿ ਕਿਸ ਤਰੀਕੇ ਨਾਲ ਜਿੱਥੇ ਕਿਤੇ ਵੀ ਹੜ੍ਹਾਂ ਦੀ ਮਾਰ ਪਈ ਹੈ ਉੱਥੇ ਜਿਹੜਾ ਹੈਗਾ ਨੁਕਸਾਨ ਤੋਂ ਬਚਤ ਕਿਵੇਂ ਕੀਤੀ ਜਾ ਸਕੇ। ਔਰ ਨਾਲ ਹੀ ਮਾਨ ਸਾਹਿਬ ਨੇ ਇਸ ਚੀਜ਼ ਦਾ ਵੀ ਭਰੋਸਾ ਦਿੱਤਾ ਹੈਗਾ ਕਿ ਇੱਕ ਪੈਸੇ ਦਾ ਜਿਹੜਾ ਹੈਗਾ ਕਿਸੇ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਕੀਤੀ ਜਾਊਗੀ। ਸੋ ਮੈਂ ਸਮਝਦਾ ਇੱਕ ਚੰਗਾ ਸਟੈਪ ਹੈਗਾ ਇਹ, ਔਰ ਇਹਦੀ ਸ਼ਲਾਘਾ ਕਰਨੀ ਬਣਦੀ ਹੈਗੀ ਹੈ। ਔਰ ਅਸੀਂ ਵੇਖਿਆ ਵੀ ਹੈਗਾ, ਪੇਪਰਾਂ 'ਚ ਵੀ ਪੜ੍ਹਦੇ ਹਾਂ, ਟੀਵੀ ਦੇ ਉੱਤੇ ਵੀ ਦੇਖਿਆ, ਬਹੁਤ ਸਾਰੇ ਸੋਸ਼ਲ ਮੀਡੀਆ 'ਤੇ ਵੀ ਦੇਖਿਆ ਹੈਗਾ ਕਿਸ ਤਰੀਕੇ ਨਾਲ ਇਹ ਪਹਿਲਾ ਮੁੱਖ ਮੰਤਰੀ ਹੋ ਨਿਬੜਿਆ ਪੰਜਾਬ ਦਾ ਪਿਛਲੇ 70-75 ਸਾਲਾਂ ਦੇ ਵਿੱਚ, ਜਿਹੜਾ ਖੁਦ ਜਿਹੜਾ ਹੈਗਾ ਪਾਣੀਆਂ ਦੇ ਵਿੱਚ ਤੁਰਿਆ ਫਿਰਦਾ ਹੈਗਾ, ਲੋਕਾਂ ਦਾ ਹਾਲ ਚਾਲ ਜਾਣਦਾ, ਅਫਸਰਾਂ ਨੂੰ ਹਦਾਇਤਾਂ ਦਿੰਦਾ। ਤਾਂ ਮੈਨੂੰ ਲੱਗਦਾ ਇਸ ਤਰ੍ਹਾਂ ਪਹਿਲਾਂ ਕਦੇ ਹੋਇਆ ਨਹੀਂ ਹੈ। ਸੋ ਜਦੋਂ ਇਸ ਪੱਧਰ ਤੱਕ ਮੁੱਖ ਮੰਤਰੀ ਚਲਾ ਜਾਵੇ ਤੇ ਉਦੋਂ ਜਿਹੜਾ ਸਰਕਾਰੀ ਅਮਲਾ ਹੁੰਦਾ ਉਹਨੂੰ ਵੀ ਹਰਕਤ 'ਚ ਆਉਣਾ ਹੀ ਪੈਂਦਾ ਹੈਗਾ। ਤੇ ਜਿਹੜਾ ਕਿ ਅਸੀਂ ਸਾਰਾ ਕੁਝ ਇਸ ਚੀਜ਼ ਦੇ ਗਵਾਹ ਹੈਗੇ ਆ ਕਿ ਵਾਕਈ ਲਗਾਤਾਰ ਇਹ ਕੋਸ਼ਿਸ਼ ਹੋ ਰਹੀ ਹੈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਬਾਕੀ ਤੇ ਕੁਦਰਤੀ ਕਰੋਪੀ ਹੈਗੀ ਹੈ, ਕੁਦਰਤੀ ਕਰੋਪੀ ਨੂੰ ਤਾਂ ਨਹੀਂ ਰੋਕਿਆ ਜਾ ਸਕਦਾ। ਪੰਜਾਬ ਦੇ ਵਿੱਚ ਖੈਰ ਉਹਨੇ ਮੀਂਹ ਨਹੀਂ ਪਏ ਕਿ ਜ਼ਿਆਦਾ ਤਾਂ ਜਿਹੜੀ ਬੇਸਿਕਲੀ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਪਏ, ਉਸ ਪਾਣੀ ਦੇ ਮਾਰ ਨੇ ਜਿਹੜਾ ਸਾਡਾ ਨੁਕਸਾਨ ਕੀਤਾ ਆ। ਰੱਬ ਅੱਗੇ ਤਾਂ ਜ਼ੋਰ ਨਹੀਂ ਚੱਲਦਾ, ਪਰ ਜਿੰਨੀ ਵਾਹ ਮਾਨ ਸਾਹਿਬ ਸਰਕਾਰ ਲਗਾ ਸਕਦੀ ਬਿਲਕੁਲ ਲਗਾਏਗੀ। ਤੇ ਸੀਗੇ ਸਾਡੇ ਨਾਲ ਨੀਲ ਗਰਗ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਸੂਬਾ ਸਰਕਾਰ ਪੰਜਾਬ ਦੇ ਵਿੱਚ ਜਿਹੜਾ ਹੜ੍ਹਾਂ ਦੀ ਸਿਚੁਏਸ਼ਨ ਹੈ ਉਸ ਨੂੰ ਕੰਟਰੋਲ ਕਰਨ ਦੇ ਵਿੱਚ ਲੱਗੀ ਹੈ ਤੇ ਲਗਾਤਾਰ ਜਿਹੜਾ ਰਾਹਤ ਦਾ ਕੰਮ ਹੈ ਉਹ ਵੀ ਚੱਲ ਰਿਹਾ ਹੈ। ਕੈਮਰਾ ਪਰਸਨ ਅਮਿਤ ਦੇ ਨਾਲ ਪੂਜਾ ਵਰਮਾ, ਸਾਂਝਾ ਟੀਵੀ, ਚੰਡੀਗੜ੍ਹ।